ਨੀਲਮ ਦਾ ਵਿਆਹ ਲੁਧਿਆਣੇ ਸ਼ਹਿਰ ਵਿੱਚ ਹੋਇਆ ਸੀ। ਸਹੁਰੇ ਪਰਿਵਾਰ ਵਿੱਚ ਉਸਦੇ ਸਹੁਰਾ ਜੀ, ਦਿਓਰ ਜੀ ਤੇ ਇੱਕ ਨਨਾਣ ਸੀ ਜਿਸ ਦਾ ਵਿਆਹ ਹੋ ਚੁੱਕਿਆ ਸੀ। ਨੀਲਮ ਹੁਣ ਸਹੁਰਾ ਪਰਿਵਾਰ ਵਿੱਚ ਇਕੱਲੀ ਸੀ। ਉਸ ਦੀ ਸੱਸ ਦੀ ਮੌਤ ਹੋ ਚੁੱਕੀ ਸੀ। ਉਸਦੇ ਸਹੁਰਾ ਜੀ ਇੱਕ ਰਿਟਾਇਰ ਆਰਮੀ ਅਫੀਸਰ ਸੀ। ਘਰ ਦੀ ਪੂਰੀ ਜ਼ਿੰਮੇਵਾਰੀ ਨੀਲਮ ਦੇ ਉੱਪਰ ਹੀ ਸੀ। ਉਸ ਦਾ ਪਤੀ ਸੂਰਜ ਵੀ ਉਸ ਦਾ ਬਹੁਤ ਖਿਆਲ ਰੱਖਦਾ ਸੀ। ਨੀਲਮ ਆਪਣੇ ਘਰ ਦੀ ਗ੍ਰਸਤੀ ਵਿੱਚ ਖੁਸ਼ ਸੀ। ਨੀਲਮ ਦੇ ਸਹੁਰਾ ਜੀ ਦਾ ਇੱਕ ਭਰਾ ਸੀ ਜਿਨ੍ਹਾਂ ਦੇ ਪਰਿਵਾਰ ਵਿੱਚ ਬੇਟਾ ਤੇ ਨੂੰਹ ਸੀ ਜੋ ਬਾਹਰ ਰਹਿਣ ਲੱਗ ਪਏ ਸੀ। ਇਸ ਕਰਕੇ ਨੀਲਮ ਦੇ ਸਹੁਰਾ ਜੀ ਨੇ ਉਹਨਾਂ ਨੂੰ ਆਪਣੇ ਘਰ ਬੁਲਾ ਲਿਆ ਸੀ। ਨੀਲਮ ਹੁਣਾਂ ਦਾ ਘਰ ਪੁਸ਼ਤੈਨੀ ਸੀ ਜਿਸ ਕਰਕੇ ਉਹਨਾਂ ਦਾ ਵੀ ਉੱਥੇ ਹਿੱਸਾ ਸੀ, ਪਰ ਉਹਨਾਂ ਨੇ ਕਦੇ ਵੀ ਆਪਣਾ ਹਿੱਸਾ ਨਹੀਂ ਮੰਗਿਆ ਸੀ। ਵਿਆਹ ਦੇ 2 ਸਾਲ ਬਾਅਦ ਮੇਰੇ ਪਰੀ ਹੋਣ ਵਾਲੀ ਸੀ। ਘਰ ਵਿੱਚ ਸਾਰਿਆਂ ਦੀ ਜ਼ਿੰਮੇਵਾਰੀ ਮੇਰੀ ਸੀ। ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਸੀ। ਹੁਣ ਮੈਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਸੀ, ਜਿਸ ਕਰਕੇ ਮੈਂ ਆਪਣੀ ਛੋਟੀ ਭੈਣ ਨੂੰ ਆਪਣੇ ਸਹੁਰੇ ਘਰ ਬੁਲਾ ਲਿਆ। ਉਸ ਦੇ ਆਉਣ ਨਾਲ ਮੈਨੂੰ ਕਾਫੀ ਆਰਾਮ ਹੋ ਗਿਆ ਸੀ। ਮੇਰੀ ਭੈਣ ਸੀਏ ਦੀ ਪੜ੍ਹਾਈ ਕਰ ਰਹੀ ਸੀ, ਪਰ ਉਹ ਮੇਰੀ ਵਜ੍ਹਾ ਨਾਲ ਆ ਗਈ। ਮੇਰੇ ਤਾਇਆ ਜੀ ਵੀ ਇੱਕ ਸੀਏ ਸਨ, ਪਰ ਮੈਨੂੰ ਨਹੀਂ ਪਤਾ ਸੀ। ਜਦੋਂ ਖੁਸ਼ੀ ਦੀ ਪੜ੍ਹਾਈ ਦੀ ਗੱਲ ਹੋਈ ਤਾਂ ਮੈਨੂੰ ਇਹ ਸਭ ਪਤਾ ਲੱਗਾ। ਖੁਸ਼ੀ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਹੁਣ ਜਦੋਂ ਉਹ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਮੇਰੇ ਤਾਇਆ ਜੀ ਤੋਂ ਪੜ੍ਹਦੀ ਰਹਿੰਦੀ। ਮੇਰੀ ਡਿਲੀਵਰੀ ਹੋ ਗਈ। ਬਹੁਤ ਪਿਆਰੀ ਜਿਹੀ ਬੇਟੀ ਪਰੀ ਹੋਈ। ਹੁਣ ਖੁਸ਼ੀ ਨੂੰ ਵੀ ਰਹਿੰਦੇ ਬਹੁਤ ਸਮਾਂ ਹੋ ਗਿਆ ਸੀ ਤਾਂ ਮੈਂ ਖੁਸ਼ੀ ਨੂੰ ਕਿਹਾ, ਤੂੰ ਹੁਣ ਚਲੀ ਜਾ ਖੁਸ਼ੀ, ਹੁਣ ਮੈਂ ਬਾਕੀ ਸੰਭਾਲ ਲਵਾਂਗੀ। ਤਾਂ ਖੁਸ਼ੀ ਕੁਝ ਨਹੀਂ ਬੋਲੀ। ਪਹਿਲਾਂ ਤਾਂ ਮੈਂ ਕੁਝ ਨਹੀਂ ਸੋਚਿਆ, ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਜਦੋਂ ਵੀ ਖੁਸ਼ੀ ਨੂੰ ਜਾਣ ਲਈ ਕਹਿੰਦੀ ਹਾਂ ਤਾਂ ਉਹ ਟਾਲ ਦਿੰਦੀ ਹੈ। ਉਹ ਜਾਣਾ ਹੀ ਨਹੀਂ ਚਾਹੁੰਦੀ ਸੀ। ਮੈਂ ਹਜੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਫਿਰ ਮੈਂ ਇੱਕ ਦਿਨ ਖੁਸ਼ੀ ਨੂੰ ਕਿਹਾ, ਖੁਸ਼ੀ ਮਾਂ ਤੈਨੂੰ ਵਾਪਸ ਬੁਲਾ ਰਹੀ ਹੈ, ਤੂੰ ਕਦੋਂ ਜਾਏਂਗੀ? ਕੁਝ ਦੱਸਦੀ ਹੀ ਨਹੀਂ, ਹਮੇਸ਼ਾ ਟਾਲ ਹੀ ਦਿੰਦੀ ਆ। ਕਿਤੇ ਇੱਥੇ ਰਹਿਣ ਦਾ ਇਰਾਦਾ ਤਾਂ ਨਹੀਂ? ਮੈਂ ਹੱਸਦੇ ਹੋਏ ਕਿਹਾ। ਖੁਸ਼ੀ ਇੱਕਦਮ ਗੁੱਸੇ ਨਾਲ ਬੋਲੀ ਕਿ ਚਲੀ ਜਾਵਾਂਗੀ। ਹੁਣ ਤੁਹਾਡਾ ਕੰਮ ਨਿਕਲ ਗਿਆ ਤਾਂ ਤੁਸੀਂ ਮੈਨੂੰ ਭੇਜਣਾ ਚਾਹੁੰਦੇ ਹੋ। ਉਸ ਦਾ ਅਜਿਹਾ ਰੂਪ ਮੈਂ ਪਹਿਲੀ ਵਾਰ ਦੇਖ ਰਹੀ ਸੀ। ਹੁਣ ਮੈਨੂੰ ਵੀ ਕੁਝ ਸਮਝ ਆ ਰਿਹਾ ਸੀ। ਮੈਨੂੰ ਲੱਗਿਆ ਕਿ ਸ਼ਾਇਦ ਖੁਸ਼ੀ ਤੇ ਮੇਰੇ ਦਿਓਰ ਦਾ ਆਪਸ ਵਿੱਚ ਕੋਈ ਚੱਕਰ ਚੱਲ ਰਿਹਾ ਹੈ, ਤਾਂ ਹੀ ਉਹ ਜਾਣਾ ਨਹੀਂ ਚਾਹੁੰਦੀ। ਮੈਂ ਇੱਕ ਦਿਨ ਖੁਸ਼ੀ ਨੂੰ ਕਿਹਾ, ਜੇਕਰ ਤੇਰੇ ਤੇ ਮੇਰੇ ਦਿਓਰ ਵਿੱਚ ਕੋਈ ਗੱਲ ਹੈ ਤਾਂ ਮੈਨੂੰ ਦੱਸ ਵੀ ਸਕਦੀ ਹੈ। ਤੇਰੀ ਭੈਣ ਹਾਂ, ਤੇਰਾ ਸਾਥ ਦੇਵਾਂਗੀ। ਉਹ ਤਾਂ ਇੱਕਦਮ ਨਾਲ ਗਾਲੀ ਗਲੋਚ ਤੇ ਆ ਗਈ ਕਿ ਦੀਦੀ ਦਿਮਾਗ ਘੱਟ ਚਲਾਇਆ ਕਰ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਥੋਂ ਚਲੀ ਜਾਵਾਂ ਤਾਂ ਇਹ ਹੁਣ ਨਹੀਂ ਹੋ ਸਕਦਾ। ਮੇਰਾ ਤੁਹਾਡੇ ਉਸ ਟੀਚਰ ਜਿਹੇ ਦਿਓਰ ਨਾਲ ਕੁਝ ਨਹੀਂ ਹੈ। ਮੈਂ ਤਾਂ ਹੁਣ ਤੁਹਾਡੀ ਸੱਸ ਹਾਂ, ਤੁਹਾਡੇ ਤਾਇਆ ਜੀ ਮੁਕੇਸ਼ ਜੀ ਦੀ ਘਰਵਾਲੀ। ਅੱਜ ਤੁਸੀਂ ਮੈਨੂੰ ਦੱਸਣ ਤੇ ਮਜਬੂਰ ਕਰ ਦਿੱਤਾ। ਇਹ ਸੁਣ ਕੇ ਮੈਂ ਖੁਸ਼ੀ ਦੇ ਥੱਪੜ ਮਾਰਨ ਲੱਗੀ। ਹੱਥ ਚੁੱਕਿਆ ਤਾਂ ਉਸਨੇ ਮੇਰਾ ਹੱਥ ਫੜ ਲਿਆ। ਮੈਂ ਕਿਹਾ, ਪਾਗਲ ਹੋ ਗਈ ਹੈ ਤੂੰ? ਨਿਕਲ ਜਾ ਮੇਰੇ ਘਰੋਂ। ਮਾਂ ਤੇ ਪਿਤਾ ਜੀ ਬਾਰੇ ਤਾਂ ਕੁਝ ਸੋਚ ਲੈਂਦੀ। ਐਦਾਂ ਲੱਗ ਰਿਹਾ ਸੀ ਕਿ ਉਹ ਮੇਰੀ ਭੈਣ ਹੈ ਹੀ ਨਹੀਂ। ਮੇਰੇ ਤੇ ਗੁੱਸਾ ਕਰਨ ਲੱਗ ਪਈ, ਗਾਲੀ ਗਲੋਚ ਕਰਨ ਲੱਗ ਪਈ, ਜਿਵੇਂ ਸੱਚਮੁੱਚ ਹੀ ਮੇਰੀ ਸੱਸ ਹੋਵੇ। ਰੌਲੇ ਦੀ ਆਵਾਜ਼ ਸੁਣ ਕੇ ਸਭ ਇਕੱਠੇ ਹੋ ਗਏ ਤਾਂ ਮੈਂ ਆਪਣੇ ਤਾਇਆ ਜੀ ਮੁਕੇਸ਼ ਜੀ ਨੂੰ ਪੁੱਛਿਆ, ਇਹ ਕੀ ਬੋਲ ਰਹੀ ਹੈ? ਤਾਂ ਮੁਕੇਸ਼ ਜੀ ਨੇ ਸਾਰਿਆਂ ਦੇ ਸਾਹਮਣੇ ਇਹ ਗੱਲ ਸਵੀਕਾਰ ਕਰ ਲਈ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ। ਅਸੀਂ ਵਿਆਹ ਵੀ ਕਰਵਾ ਲਿਆ ਹੈ। ਇਹ ਸੁਣ ਕੇ ਮੇਰੇ ਸਹੁਰਾ ਜੀ ਬੋਲੇ, ਭਰਾ ਜੀ ਇਹ ਕੀ ਬੋਲੀ ਜਾ ਰਹੇ ਹੋ? ਖੁਸ਼ੀ ਤਾਂ ਤੁਹਾਡੀ ਬੇਟੀ ਵਰਗੀ ਹੈ। ਇਹ ਤੁਸੀਂ ਕੀ ਕੀਤਾ? ਉਹ ਬੋਲੇ, ਜੋ ਹੋਣਾ ਸੀ ਉਹ ਹੋ ਗਿਆ। ਹੁਣ ਖੁਸ਼ੀ ਮੇਰੀ ਘਰਵਾਲੀ ਹੈ। ਜੇਕਰ ਕਿਸੇ ਨੇ ਖੁਸ਼ੀ ਨੂੰ ਕੁਝ ਕਿਹਾ ਤਾਂ ਠੀਕ ਨਹੀਂ ਹੋਵੇਗਾ। ਮੇਰੇ ਸਹੁਰਾ ਜੀ ਆਪਣੇ ਭਰਾ ਦੇ ਸਾਹਮਣੇ ਖਾਮੋਸ਼ ਹੋ ਗਏ। ਇੱਕ ਹੀ ਘਰ ਦੇ ਵਿੱਚ ਮੈਂ ਆਪਣੀ ਭੈਣ ਦੇ ਨਾਲ ਰਹਿੰਦੀ ਸੀ, ਪਰ ਹੁਣ ਉਹ ਮੇਰੀ ਭੈਣ ਨਹੀਂ, ਮੇਰੀ ਸੱਸ ਬਣ ਗਈ ਸੀ। ਮੈਂ ਹਰ ਰੋਜ਼ ਸਵੇਰੇ ਉੱਠ ਕੇ ਬਾਹਰ ਦਾ ਦਰਵਾਜ਼ਾ ਖੋਲ੍ਹ ਦਿੰਦੀ ਸੀ।
ਇੱਕ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਤਾਂ ਉੱਠਣ ਵਿੱਚ ਦੇਰੀ ਹੋ ਗਈ। ਜਦੋਂ ਮੈਂ ਉੱਠ ਕੇ ਬਾਹਰ ਆਈ ਤਾਂ ਮੈਨੂੰ ਖੁਸ਼ੀ ਕਹਿਣ ਲੱਗ ਪਈ, ਸਵੇਰੇ ਜਲਦੀ ਉੱਠਿਆ ਕਰ ਤੇ ਦਰਵਾਜ਼ਾ ਖੋਲ ਦਿਆ ਕਰ, ਇੰਨੀ ਦੇਰ ਤੱਕ ਦਰਵਾਜ਼ਾ ਬੰਦ ਰਹਿੰਦਾ ਹੈ। ਉਸ ਨੇ ਇੱਕ ਵਾਰ ਵੀ ਮੇਰੀ ਸਿਹਤ ਬਾਰੇ ਨਾ ਪੁੱਛਿਆ। ਮੈਨੂੰ ਦੀਦੀ ਕਹਿਣਾ ਵੀ ਬੰਦ ਕਰ ਦਿੱਤਾ ਸੀ। ਕੋਈ ਇੰਨਾ ਕਿਵੇਂ ਬਦਲ ਜਾਂਦਾ ਹੈ ਕਿ ਰਿਸ਼ਤਿਆਂ ਦਾ ਮਹੱਤਵ ਵੀ ਭੁੱਲ ਜਾਂਦਾ ਹੈ। ਇੱਕ ਦਿਨ ਖੁਸ਼ੀ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਸੂਰਜ ਜੀ ਨੇ ਉਸ ਨੂੰ ਕਿਹਾ, ਖੁਸ਼ੀ ਕੀ ਬਣਾ ਰਹੀ ਹੋ? ਐਨਾ ਸੁਣਦੇ ਹੀ ਉਹ ਖੁਸ਼ੀ ਗੁੱਸੇ ਨਾਲ ਬੋਲੀ ਕਿ ਮੈਂ ਤੁਹਾਡੀ ਸਾਲੀ ਨਹੀਂ ਹਾਂ, ਤਮੀਜ਼ ਨਾਲ ਬੋਲੋ ਮੇਰੇ ਨਾਲ। ਤੁਹਾਨੂੰ ਨਹੀਂ ਪਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਹੈ। ਸੂਰਜ ਜੀ ਨੂੰ ਬਹੁਤ ਗੁੱਸਾ ਆਇਆ, ਉਹ ਉੱਥੋਂ ਚਲੇ ਗਏ। ਮੇਰੇ ਸਹੁਰਾ ਜੀ ਵੀ ਇਹ ਦੇਖ ਰਹੇ ਸਨ। ਖੁਸ਼ੀ ਦੀਆਂ ਬਦਤਮੀਜ਼ੀਆਂ ਹੁਣ ਵੱਧਦੀਆਂ ਜਾ ਰਹੀਆਂ ਸਨ। ਸੂਰਜ ਜੀ ਨੇ ਵੀ ਆਪਣਾ ਇੱਕ ਅਲੱਗ ਘਰ ਖਰੀਦ ਲਿਆ ਤੇ ਬੋਲੇ, ਹੁਣ ਅਸੀਂ ਇਸ ਘਰ ਵਿੱਚ ਨਹੀਂ ਰਹਿਣਾ। ਖੁਸ਼ੀ ਰਿਸ਼ਤਿਆਂ ਦੇ ਮਹੱਤਵ ਦੇ ਨਾਲ ਨਾਲ ਆਪਣੀ ਤਮੀਜ਼ ਵੀ ਭੁੱਲੀ ਜਾ ਰਹੀ ਹੈ। ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਮੇਰੇ ਸਹੁਰਾ ਜੀ ਵੀ ਬੋਲੇ, ਅਸੀਂ ਇੱਥੇ ਨਹੀਂ ਰਹਾਂਗੇ। ਮੇਰੇ ਭਰਾ ਨੇ ਕੋਈ ਇੱਜ਼ਤ ਨਹੀਂ ਛੱਡੀ ਗਲੇ ਮੁਹੱਲੇ ਵਿੱਚ ਸਾਡੀ। ਫਿਰ ਮੇਰੇ ਪਤੀ ਤੇ ਸਹੁਰਾ ਜੀ ਆਪਣਾ ਘਰ ਛੱਡ ਕੇ ਚਲੇ ਗਏ। ਇਹ ਸਭ ਕੀ ਹੋ ਗਿਆ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਸੋ ਇਸ ਕਹਾਣੀ ਦੀ ਸਿੱਖਿਆ, ਰਿਸ਼ਤਿਆਂ ਦਾ ਮਹੱਤਵ ਸਮਝੋ ਤੇ ਆਪਣੇ ਰਿਸ਼ਤਿਆਂ ਦਾ ਸਨਮਾਨ ਕਰੋ। ਦੁਨੀਆ ਵਿੱਚ ਜੀਵਨ ਜੀਣ ਲਈ ਰਿਸ਼ਤਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਰਿਸ਼ਤਿਆਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਸੋ ਦੋਸਤੋ, ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।